ਅੱਜ ਹਾਥੀ ਗੇਟ ਦੇ ਬਾਹਰ ਸਥਿਤ ਜਿਹੜੀ ਇੱਥੇ ਡਾਕਟਰ ਦੀ ਟੀਮ ਸੀ ਵਿਨੇ ਵਿਸ਼ੇਸ਼ੀ ਉਹਨਾਂ ਇੱਕ ਸੂਚਨਾ ਦਿੱਤੀ ਗਈ ਕਿ 12 ਵਜੇ ਇੱਕ ਗਾਂ ਜਿਹਦੀਆਂ ਤਿੰਨੇ ਲੱਤਾਂ ਟੁੱਟੀਆਂ ਹੋਈਆਂ ਨੇ ਉਹਨੂੰ ਇੱਥੇ ਲਿਆਂਦਾ ਗਿਆ, ਪਰ ਡਾਕਟਰਾਂ ਦੀ ਕਮੀ ਹੋਣ ਕਰਕੇ ਉਸ ਦਾ ਇਲਾਜ ਨਹੀਂ ਕੀਤਾ ਗਿਆ। 12 ਵਜੇ ਵਿਨੇ ਵਿਸ਼ੇਸ਼ੀ ਇਹ ਕਹਿਣਾ ਕਿ ਇੱਥੇ ਇਹਨੂੰ ਲਿਆਂਦਾ ਗਿਆ, ਇਹਦਾ ਇਲਾਜ ਨਹੀਂ ਕੀਤਾ ਗਿਆ। ਜਦੋਂ ਸਾਰੇ ਹਿੰਦੂ ਸੰਗਠਨ ਇੱਥੇ ਇਕੱਠੇ ਹੋ ਰਹੇ ਆ, ਫਿਰ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਇਲਾਜ ਕੀਤਾ ਗਿਆ। ਮੇਰੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗਿਆ ਕਿ ਕਿਉਂ ਨਹੀਂ ਇਹ 24 ਘੰਟੇ ਡਾਕਟਰ ਇੱਥੇ ਉਪਲਬਧ ਰਹਿੰਦੇ, ਕਿਉਂ ਨਹੀਂ ਡਾਕਟਰਾਂ ਦੀ ਟੀਮ ਇੱਥੇ ਰਹਿੰਦੀ। ਆਪਾਂ ਕਾਉਸੈਸ ਤੇ ਲੈ ਰਹੇ ਹਾਂ, ਗਊਸ਼ਾਲਾ ਦੀ ਕਮੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ। ਜਿਹੜੀਆਂ ਰੋਡ ਤੇ ਗਾਵਾਂ ਫਿਰਦੀਆਂ ਪਈਆਂ ਇਹ ਸਰਕਾਰ ਦੀ ਜ਼ਿੰਮੇਵਾਰੀ ਆ, ਕਿਉਂਕਿ ਸਾਡੇ ਤੇਲ ਦੇ ਵਿੱਚੋਂ ਨਵੀਂ ਗੱਡੀ ਖਰੀਦਣ ਦੇ ਹਰ ਜਗ੍ਹਾ ਬਿਜਲੀ ਦੇ ਬਿੱਲਾਂ ਤੱਕ ਸਾਡੇ ਕਾਉਸੈਸ ਜਿਹੜੇ ਲਏ ਜਾ ਰਹੇ ਨੇ। ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਜਿਹੜੀਆਂ ਗਾਵਾਂ ਰੋਡ ਤੇ ਤੁਰੀਆਂ ਫਿਰਦੀਆਂ ਪਈਆਂ ਨੇ, ਅੱਜ ਜ਼ਰੂਰਤ ਹੈ ਇਹ ਗਊਸ਼ਾਲਾ ਦੇ ਵਿੱਚ ਪਹੁੰਚਾਈਆਂ ਜਾਣ। ਗਊਸ਼ਾਲਾ ਦੇ ਨਾਮ ਤੇ ਬਹੁਤ ਗਊਸ਼ਾਲਾ ਖੁੱਲ੍ਹੀਆਂ ਗਈਆਂ ਨੇ, ਪਰ ਜਦੋਂ ਆਪਾਂ ਉੱਥੇ ਗਾਂ ਦੇਣ ਜਾਂਦੇ ਆ ਤੇ ਉਹ ਗਾਵਾਂ ਲੈਣ ਤੋਂ ਇਨਕਾਰੀ ਕਰਦੇ ਆ। ਇੱਕ ਬਹੁਤ ਵੱਡੀ ਸਮੱਸਿਆ ਹੈ, ਇਸ ਸਮੱਸਿਆ ਦਾ ਨਿਜਾਤ ਪਾਉਣਾ ਬਹੁਤ ਜ਼ਰੂਰੀ ਹੈ। ਦੂਸਰਾ ਮੈਂ ਮੰਗ ਕਰਦਾ ਵਾਂ ਕਿ ਜਿਹੜੀ ਇੱਥੇ ਗਾਵਾਂ ਦਾ ਇਲਾਜ ਕੀਤਾ ਜਾਂਦਾ, ਬਾਕੀ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ। ਡਾਕਟਰ ਸਾਹਿਬ ਕਹਿੰਦੇ ਵੀ 3 ਵਜੇ ਤੱਕ ਇੱਥੇ ਉਪਲਬਧ ਆ। ਜੇ 3 ਵਜੇ ਤੋਂ ਬਾਅਦ ਸਾਨੂੰ ਮੁਸ਼ਕਿਲ ਆ ਜਾਂਦੀ ਆ ਤੇ ਆਪਾਂ ਕਿੱਥੇ ਜਾਵਾਂਗੇ। ਇੱਕ ਬਹੁਤ ਵੱਡੀ ਸਮੱਸਿਆ ਜਿਹਦਾ ਨਿਜਾਤ ਪਾਉਣਾ ਸਭ ਤੋਂ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ ਐਮਰਜੈਂਸੀ ਹੈ ਇਹ ਸਾਨੂੰ 24 ਘੰਟੇ ਚਾਹੀਦੇ ਆ। ਜੇ ਇਨਸਾਨਾਂ ਦਾ ਇਲਾਜ ਕਰਾਉਣਾ ਵਾ ਤੇ ਹਸਪਤਾਲਾਂ ਦੇ ਬਾਹਰ 24 ਘੰਟੇ ਫੈਸਿਲਿਟੀ ਲਿਖਿਆ ਜਾਂਦਾ ਵਾ। ਜੇ ਕਿਸੇ ਜਾਨਵਰ ਦਾ ਇਲਾਜ ਕਰਾਉਣਾ ਪਵੇ ਕਿ ਆਪਾਂ 3 ਵਜੇ ਤੋਂ ਬਾਅਦ ਆਪਾਂ ਮਹਿਸੂਸ ਕਰਾਂਗੇ ਕਿ ਕੱਲ੍ਹ ਦੇ ਦਿਨ 10 ਵਜੇ ਡਾਕਟਰ ਸਾਹਿਬ ਆਉਣਗੇ ਤੇ ਫਿਰ ਕਰਾਵਾਂਗੇ, ਇਹਦਾ ਤੇ ਇੱਕੋ ਇੱਕ ਮਤਲਬ ਆ ਕਿ ਗਊਆਂ ਦੇ ਜਿਹੜੇ ਗਊ ਧਨ ਆ ਇਹਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਹੋ ਰਹੀ, ਇਹਨਾਂ ਨੂੰ ਮਰਨ ਵਾਸਤੇ ਰੋਡ ਤੇ ਛੱਡਿਆ ਗਿਆ ਵਾ। ਮੈਂ ਪ੍ਰਸ਼ਾਸਨ को ਮੰਗ ਕਰਦਾ ਵਾਂ ਕਿ ਜਲਦੀ ਤੋਂ ਜਲਦੀ ਇਸ ਤਰਫ ਧਿਆਨ ਦੇਣ। ਮੈਨੇ ਵਿਸ਼ੇਸ਼ ਜੀ ਗਊ ਰੱਖਿਆ ਵਿਭਾਗ ਤੋਂ ਅਸੀਂ ਗਊ ਸੇਵਾ ਦਾ ਕੰਮ ਦੇਖਦੇ ਆ। ਇੱਥੇ ਅੱਜ ਜੀ ਸਾਨੂੰ ਨਾ ਕਾਲ ਆਈ ਅਤੇ ਤਰਨਤਾਰਨ ਬਾਈਪਾਸ ਤੋਂ ASI ਸਾਹਿਬ ਦੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਗਊਆਂ ਦਾ ਤੇ ਸਾਡੀ ਟੀਮ ਉੱਥੇ ਪਹੁੰਚੀ। ਗਊ ਦੀਆਂ ਤਿੰਨੋਂ ਲੱਤਾਂ ਜਿਹੜੀਆਂ ਫ੍ਰੈਕਚਰ ਸੀਗੀਆਂ। ਮੈਂ ਉਸੇ ਟਾਈਮ ਤੇ ਡਿਪਟੀ ਡਾਇਰੈਕਟਰ ਸਾਹਿਬ ਨੂੰ ਕਾਲ ਕੀਤੀ ਕਿ ਸਰ ਅੱਜ ਸਾਨੂੰ ਤੁਹਾਡੀ ਬਹੁਤ ਜ਼ਰੂਰੀ ਲੋੜ ਹੈ, ਕਿਉਂਕਿ ਸਾਡੀ ਐਂਬੂਲੈਂਸ ਔਰ ਜਿਹੜੀ ਉਪਚਾਰ ਦੀ ਸੇਵਾ ਹੈ ਪਿਛਲੇ 2-2.5 ਸਾਲ ਤੋਂ ਚੱਲਦੀ ਸ਼ਹਿਰ ਦੇ ਵਿੱਚ। ਹੈਲਪਲਾਈਨ ਨੰਬਰ ਦੇ ਉੱਤੇ ਵੀ ਕੋਈ ਵੀ ਕਾਲ ਕਰਦਾ ਅਸੀਂ ਉਹਨੂੰ ਸੇਵਾ ਦਿੰਦੇ ਹਾਂ। ਅੱਜ ਕਿਉਂਕਿ ਉਹ ਕੇਸ ਵੱਡਾ ਸੀਗਾ, ਕਿਉਂਕਿ ਫ੍ਰੈਕਚਰ ਸੀਗਾ ਜਿਹੜਾ ਸਾਡੇ ਵੱਸੋਂ ਬਾਹਰ ਸੀ, ਮੈਂ ਡਾਇਰੈਕਟਰ ਸਾਹਿਬ ਨੂੰ ਕਾਲ ਕੀਤੀ ਕਿ ਸਰ ਆਪਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ ਵੀ ਉਹਦੇ 3 ਲੱਤਾਂ ਦੇ ਫ੍ਰੈਕਚਰ ਆ ਤੇ ਅਸੀਂ ਇਹਨੂੰ ਕਿੱਥੇ ਲੈ ਕੇ ਜਾਈਏ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ 1-2 ਨੰਬਰ ਦਿੱਤੇ ਜੀ, ਤੁਸੀਂ ਇਹਨੂੰ ਕਰ ਲਓ, ਉਹਨੂੰ ਕਾਲ ਕਰ ਲਓ। ਕਰਦਿਆਂ ਕਰਾਉਂਦਿਆਂ ਜੀ ਅਸੀਂ 12 ਕੁ ਵਜੇ ਨਾ ਜੀ ਮੈਂ ਇੱਥੇ ਹਾਥੀ ਗੇਟ ਹਸਪੀਟਲ ਆ ਨਾ ਜਿਹੜਾ ਜੀ ਸਿਵਲ ਹਸਪੀਟਲ ਇਹਨਾਂ ਦਾ ਗਊਆਂ ਜਿਹੜਾ ਬਣਿਆ ਪਸ਼ੂ ਪਾਲਣ ਦਾ, ਉੱਥੇ ਲੈ ਕੇ ਆਇਆ ਜੀ। 12 ਵਜੇ ਆ ਕੇ ਦੇਖਿਆ ਜੀ ਇੱਥੇ ਨਾ ਕੋਈ ਸਟਾਫ ਮਿਲਿਆ ਨਹੀਂ ਕੁਛ। ਜਿਹੜੇ ਦੂਸਰੇ ਲੜਕੇ ਸੇਵਾਦਾਰ ਹੁੰਦੇ ਉਹ ਸੀਗੇ 2, ਲੇਕਿਨ ਕਿਸੇ ਨੇ ਕੋਈ ਟ੍ਰੀਟਮੈਂਟ ਨਹੀਂ ਦਿੱਤਾ। ਡਾਕਟਰ ਮੌਜੂਦ ਸੀਗੇ ਨਹੀਂ ਜੀ, ਨਹੀਂ ਡਾਕਟਰ ਇੱਥੇ ਕੋਈ ਮੌਜੂਦ ਨਹੀਂ ਸੀਗਾ ਜੀ। ਸਾਰਾ ਹਸਪੀਟਲ ਹੀ ਖਾਲੀ ਸੀਗਾ। ਅਸੀਂ ਗਊ ਨੂੰ ਲੈ ਕੇ ਉੱਥੇ ਰੱਖਿਆ, ਉਹਦੀ ਬਲੀਡਿੰਗ ਹੋਈ ਜਾ ਰਹੀ ਸੀ ਬਹੁਤ ਜ਼ਿਆਦਾ। ਉਹਦੀਆਂ ਕਲਿੱਪ ਮੈਂ ਤੁਹਾਨੂੰ ਦੇ ਦਾਂਗਾ ਜਿਹੜੀ ਉੱਥੇ ਵੀ ਹੋਈ। ਐਮਰਜੈਂਸੀ ਮੈਂ ਲਗਾਤਾਰ ਸਾਰਿਆਂ ਨੂੰ ਕਾਲ ਕਰੀ ਗਿਆ ਜੀ, ਜਿੰਨੇ ਵੀ ਇਹਨਾਂ ਨੇ ਮੈਨੂੰ ਅੱਗੇ ਦੀ ਅੱਗੇ ਨੰਬਰ ਦੇ ਗਏ, ਡਾਕਟਰ ਕਲਸੀ ਦਾ, ਡਾਕਟਰ ਧਵਨ ਦਾ, ਜੋ ਵੀ ਇਹਨਾਂ ਦੀ ਟੀਮ ਸੀਗੀ, ਮੈਂ ਸਾਰਿਆਂ ਨੂੰ ਸਰ ਫੋਨ ਲਾਉਂਦਾ ਰਿਹਾ, ਲੇਕਿਨ ਇੱਥੇ ਕੋਈ ਮੌਜੂਦ ਨਹੀਂ ਹੋਇਆ। 2:30 ਵਜੇ ਮੈਂ ਫਿਰ ਆਪਣੇ ਸਾਰੇ ਸਾਥੀਆਂ ਨੂੰ ਕਾਲ ਕਰਨੀ ਸ਼ੁਰੂ ਕੀਤੀ ਕਿ ਇਹ ਇਸ ਤਰ੍ਹਾਂ ਨਹੀਂ ਮੰਨਦੇ। ਇਹਨਾਂ ਨੂੰ ਮੈਂ ਕਿਹਾ ਜੀ ਸਰ ਇਹਨੂੰ ਬਚਾਓ, ਇਹਦਾ ਬਚਾਉਣਾ ਬਹੁਤ ਜ਼ਰੂਰੀ ਹੈ, ਲੇਕਿਨ ਇਹਨਾਂ ਨੇ ਕੋਈ ਵੀ ਸਾਡਾ ਸਹਿਯੋਗ ਨਹੀਂ ਦਿੱਤਾ, ਕੋਈ ਆਇਆ ਹੀ ਵੜਿਆ ਹੀ ਨਹੀਂ। ਉਸ ਤੋਂ ਬਾਅਦ 3 ਵਜੇ ਇਹਨਾਂ ਦੀ ਟੀਮ ਆਈ ਹੈ ਤੇ ਫੋਨ ਆ ਕੇ ਉਹਦੀ ਬੈਂਡੇਜ ਕਰ ਲੱਪੀਆਂ ਜੀ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਮੈਂ ਕਿਹਾ ਸਰ ਉਹਦੇ ਟ੍ਰੀਟਮੈਂਟ ਲਈ ਕੀ ਕਰੋਗੇ? ਆਂਦੇ ਸਾਡੇ ਨਾਲ ਬੈਸਣਾ ਸ਼ੁਰੂ ਹੋ ਗਏ, ਤੁਸੀਂ ਜੀ ਕਲੇਸ਼ ਕਰਨ ਆ ਗਏ ਜੀ, ਤੁਸੀਂ ਬੈਸਣ ਦੇ ਮੂਡ 'ਚ ਆਏ ਜੀ। ਮੈਂ ਕਿਹਾ ਸਰ ਬੈਸਣ ਦੇ ਮੂਡ 'ਚ ਨਹੀਂ ਆਇਆ, ਤੁਸੀਂ ਇਹਨੂੰ ਟ੍ਰੀਟਮੈਂਟ ਦਿਓ, ਜਿਹੜਾ ਕਿ ਟ੍ਰੀਟਮੈਂਟ ਅਜੇ ਵੀ ਨਹੀਂ ਦਿੱਤਾ ਜਾ ਰਿਹਾ। ਹੁਣ ਵੀ ਦੇਖੋ ਕਿ 3:30 ਦਾ ਟਾਈਮ ਹੋ ਚੁੱਕਾ ਹੈ, 12 ਵਜੇ ਤੋਂ ਲੈ ਕੇ ਤੇ ਹਜੇ ਤੱਕ ਗਊ ਇੱਥੇ ਪਈ ਹੈ। ਇਹ ਕੋਈ ਡਿਸਾਈਡ ਨਹੀਂ ਕਰ ਸਕੇ ਕਿ ਇਹਨੂੰ ਕਿੱਥੇ ਖੜਨਾ ਤੇ ਕੀ ਟ੍ਰੀਟਮੈਂਟ ਦੇਣਾ ਉਹਨੂੰ। ਡਾਕਟਰ ਸਾਹਿਬ ਇੱਥੇ ਮੌਜੂਦ ਆ ਹੁਣ ਇੱਥੇ ਆਏ ਨੇ, ਹੁਣ 2-4 ਆਏ ਨੇ ਡਾਕਟਰ, ਉਹ ਆਪਣਾ ਕੰਮ ਉਹਨਾਂ ਨੇ ਪੱਟੀ ਵਗੈਰਾ ਕੀਤੀ ਹੈ, ਲੇਕਿਨ ਉਹ ਇੱਕ ਟੈਂਪਰੇਰੀ ਹੈ ਜਿਹੜਾ ਕਿ ਅਸੀਂ ਉੱਥੇ ਆਲਰੇਡੀ ਕਰ ਚੁੱਕੇ ਸੀਗੇ। ਉਹ ਜਿਹੜਾ ਹੀ ਅਸੀਂ ਫਸਟ ਏਡ ਹੈ ਉੱਥੇ ਆਲਰੇਡੀ ਦੇ ਚੁੱਕੇ ਸੀਗੇ, ਜਿੱਥੋਂ ਬਲੀਡਿੰਗ ਹੋ ਰਹੀ ਸੀ ਉਹਨੂੰ ਕਵਰ ਕਰ ਲਈ ਪੱਟੀਆਂ, ਸਿਰ ਉਹੀ ਹੋਇਆ। ਉਸ ਤੋਂ ਬਾਅਦ ਕੋਈ ਟ੍ਰੀਟਮੈਂਟ ਹਜੇ ਤੱਕ ਨਹੀਂ ਹੋਇਆ। ਉਹ ਗਾਂ ਤੜਫ ਰਹੀ ਹੈ, ਉਹ ਦੇਖੋ ਜੀ, ਉਹ ਤੁਹਾਡੇ ਸਾਹਮਣੇ ਪਈ ਜੇ। ਹਾਂਜੀ, ਇਹਨਾਂ ਨੇ ਕੋਈ ਟ੍ਰੀਟਮੈਂਟ ਨਹੀਂ ਜੇ ਦਿੱਤਾ। 3:30 ਵੱਜ ਚੁੱਕੇ। ਸਰ ਅਸੀਂ ਚਾਹੁੰਦੇ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ। ਗਊ ਮਾਤਾ ਨੂੰ ਵੇਖੋ ਕਾਉਸੈਸ ਕੱਟਿਆ ਜਾਂਦਾ, ਇੱਕ ਹਸਪੀਟਲ ਦੇ ਕਮ ਸੇ ਕਮ ਪ੍ਰੋਵਾਈਡ ਕਰਾਓ ਜਿੱਥੇ ਕਮ ਸੇ ਕਮ ਟ੍ਰੀਟਮੈਂਟ ਹੋ ਸਕੇ। ਹੁਣ ਉਹ ਕਹਿੰਦੇ ਜੀ ਅਸੀਂ 3 ਵਜੇ ਲੌਕ ਲਾ ਕੇ ਚੱਲ ਜਾਣਾ, ਤੁਸੀਂ ਆਪਣੀ ਗਾਂ ਲੈ ਜਾਓ। ਸਰ ਇਹਨੂੰ ਕਿੱਥੇ ਲੈ ਕੇ ਜਾਈਏ? ਜਗ੍ਹਾ ਤੁਸੀਂ ਦੇਣੀ ਹੈ, ਅਸੀਂ ਨਹੀਂ ਦੱਸਣਾ। ਇਹ ਜਗ੍ਹਾ ਤੁਸੀਂ ਦੱਸਣੀ ਹੈ ਵੀ ਇਹ ਜਾਏਗੀ ਕਿੱਥੇ। ਹੁਣ ਇਹਨੂੰ 3 ਵਜੇ ਸਰ ਠੀਕ ਤੇ ਹੋ ਨਹੀਂ ਜਾਣੀ, 3:15 ਇਹਨੂੰ ਕੋਈ ਜਾਦੂ ਦੀ ਛੜੀ ਹੈ ਨਹੀਂ। ਇਹਨੂੰ ਪ੍ਰੋਪਰ ਇਹਨੂੰ ਰੱਖਣ ਦਾ ਕੋਈ ਵੀ ਸਾਧਨ ਜਿਹੜਾ ਹੈਗਾ ਉਹ ਪ੍ਰਸ਼ਾਸਨ ਕੋਲ ਨਹੀਂ ਹੈਗਾ ਜੀ। ਇਹ ਟੋਟਲੀ ਫੇਲੀਅਰ ਹੈ ਸਰ। ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਕਾफ़ी ਵਾਰ ਰਿਕੁਐਸਟ ਕਰ ਚੁੱਕਾ, ਬਹੁਤ ਜ਼ਿਆਦਾ ਵਾਰੀ ਕਰ ਚੁੱਕਾ।
ਡਾਕਟਰਾਂ ਵੱਲੋਂ ਕਿਹਾ ਗਿਆ ਕਿ 3 ਵਜੇ ਤੋਂ ਬਾਅਦ ਗਾਂ ਹਾਂਜੀ ਹਾਂਜੀ ਸਰ ਪੁੱਛੋ ਤੁਸੀਂ ਆਪ, ਉਹ ਹੁਣ ਵੀ ਉਹ ਕਹਿ ਰਹੇ ਆ, ਹੁਣ ਵੀ ਉਹ ਜਲਦੀ ਤੋਂ ਜਲਦੀ ਕਹਿੰਦੇ ਜੀ ਇਹਨੂੰ ਲੈ ਜਾਓ। ਹੁਣ ਉਹ ਕਹੀ ਜਾਂਦੇ ਜੀ ਅਸੀਂ ਉੱਥੇ ਸ਼ਿਫਟ ਕਰ ਦਿੰਦੇ ਉੱਥੇ ਕਰ ਦਿੰਦੇ, ਲੇਕਿਨ ਫਾਈਨਲ ਕੁਝ ਨਹੀਂ ਹੈ ਕਿ ਜਾਣਾ ਇਹਨੂੰ ਰੱਖਣਾ ਕਿੱਥੇ ਆ। ਉਹ ਸਿਰਫ ਸਾਡੀਆਂ ਨਜ਼ਰਾਂ ਤੋਂ ਪਰੇ ਖੜਨਾ ਚਾਹੁੰਦੇ ਆ। ਉਸ ਤੋਂ ਬਾਅਦ ਕਹਿ ਦਿੱਤਾ ਜਾਏਗਾ ਜੀ ਉੱਥੇ ਜੀ ਤੁਸੀਂ ਨਹੀਂ ਜਾ ਸਕਦੇ, ਉਹਦੇ ਲੋਕ ਲੱਗਾ, ਭਾਵੇਂ SPCO ਜਾਂ ਕੋਈ ਵੀ ਉਹਨੂੰ ਆਪਣੇ ਅੰਡਰ ਲੈ ਲੈਣਗੇ। ਉਸ ਤੋਂ ਬਾਅਦ ਕੋਈ ਵੀ ਬਾਹਰ ਦਾ ਬੰਦਾ ਉਹਦੀ ਜਾਣਕਾਰੀ ਨਹੀਂ ਲੈ ਸਕਦਾ ਕਿ ਸਰ ਉਹ ਬਚੀ ਆ, ਉਹਦਾ ਟ੍ਰੀਟਮੈਂਟ ਹੋ ਰਿਹਾ ਕਿ ਨਹੀਂ ਹੋ ਰਿਹਾ। ਪਰ ਟੋਟਲੀ ਨਾ ਭਾਈ ਇਹਨਾਂ ਦਾ ਫੇਲੀਅਰ ਹੈਗਾ। ਉੱਦਾਂ ਹੀ ਮਹਾਨਗਰ ਦੇ ਉੱਪਰ ਕਰੋੜਾਂ ਰੁਪਈਆ ਲਾਤਾ ਅੰਮ੍ਰਿਤਸਰ ਨੂੰ ਸੋਹਣਾ ਬਣਾਉਣ ਦੇ ਚੱਕਰ 'ਚ, ਤੇ ਇਹ ਜਿਹੜੇ ਬੇਜ਼ਬਾਨ ਨੇ ਭਾਜੀ ਇਹਨਾਂ ਉੱਤੇ ਕੋਈ ਪੈਸਾ ਨਹੀਂ, ਇਹਨਾਂ ਜੋ ਕਿ 10 ਰੁਪਏ ਨਹੀਂ ਹੈਗੇ ਪ੍ਰਸ਼ਾਸਨ ਕੋ, ਕਰੋੜਾਂ ਰੁਪਈਏ ਹੋਰ ਰੋੜ ਰਹੇ ਨੇ। ਤੁਸੀਂ ਵੇਖੋ ਸਾਰਾ ਸ਼ਹਿਰ ਪੁੱਟਿਆ ਪਿਆ। ਉਹ ਜ਼ਰੂਰੀ ਨਹੀਂ ਕਿ ਕਿਸੇ ਦੀ ਬੇਜ਼ਬਾਨ ਦੀ ਜਾਨ ਬਚਾਉਣੀ ਜ਼ਰੂਰੀ ਹੈ, ਇਹ 'ਚ ਜ਼ਰੂਰੀ ਕੀ ਸਰ ਕੋਸਸ ਚਲੋ ਇਹਨਾਂ ਦਾ ਆਪਣਾ ਮੈਟਰ ਹੈ, ਉਹ ਪੋਲੀਟੀਕਲ ਕੰਮ ਨੇ, ਆਪੇ ਲੱਗੇ ਰਹਿਣ ਆਪੋ 'ਚ, ਕਿਸੇ ਨੇ ਖਾਣੇ ਆ ਖਾਵੇ, ਜੋ ਕਰਨਾ ਉਹ ਕਰਨ। ਇਹ ਸਾਰੇ ਇਹਨਾਂ ਦੇ ਘੁਟਾਲਿਆਂ ਦੇ ਕੰਮ ਨੇ ਸਰ। ਆਪਾਂ ਇਸ ਕਰਕੇ ਕਹਿੰਦੇ ਕਿ ਇਹ ਜਿਹੜੀ ਸਰਕਾਰ ਦਾ ਟੋਟਲ ਫੇਲੀਅਰ ਹੈਗਾ ਸਰ, ਇਹਦੇ ਉੱਤੇ ਜਲਦੀ ਕੋਈ ਐਕਸ਼ਨ ਲਿੱਤਾ ਜਾਵੇ ਤੇ ਗਊ ਮਾਤਾ ਨੂੰ ਉਹਦਾ ਨਿਆਂ ਜਿਹੜਾ ਉਹ ਦਿਵਾਇਆ ਜਾਵੇ। ਇਹ ਰਿਕੁਐਸਟ ਕਰਦੇ ਆਪਾਂ, ਬੇਨਤੀ ਕਰਦੇ ਹਾਂ। ਬਾਕੀ ਮੇਰੇ ਭਰਾ ਆਏ ਨੇ ਨਾਲ। ਮੇਰਾ ਨਾਮ ਡਾਕਟਰ ਦਰਸ਼ਨ ਹੈ ਜੀ। ਇਹ ਗਾਂ ਦੀ ਟ੍ਰੀਟਮੈਂਟ ਜਿਹੜਾ ਐਕਸੀਡੈਂਟ ਹੈ ਕੋਈ 12 ਕੁ ਵਜੇ ਕਹਿੰਦੇ ਆ, ਜੋ ਸਾਡੇ ਨੋਟਿਸ 'ਚ ਆਇਆ ਕਿ ਅਲਫਾ ਉੱਥੇ ਹੋਇਆ ਹੈ ਆਪਣਾ ਜਿਹੜਾ ਤਰਨਤਾਰਨ ਰੋਡ 'ਤੇ। ਸਾਨੂੰ ਫੋਨ ਆਇਆ ਗਿਆ ਕਿ ਇਹਨੂੰ ਗਾਂ ਨੂੰ ਸ਼ਿਫਟ ਕਰਨਾ ਹੈ ਜੀ ਉੱਥੇ ਬਾਬੇ ਭੋੜੀ ਵਾਲੀ ਗਊਸ਼ਾਲਾ। 2 ਵਜੇ ਉੱਥੇ ਗਾਂ ਆ ਰਹੀ ਹੈ। ਅਸੀਂ ਆਪਣਾ ਸਟਾਫ ਉੱਥੇ ਸ਼ਿਫਟ ਕਰਤਾ 2 ਵਜੇ। ਇਨ ਬਿਟਵੀਨ ਇਹ ਗਾਂ ਨੂੰ ਇੱਥੇ ਲਿਆਏ ਨੇ। ਅਸੀਂ 10 ਮਿੰਟ 'ਚ ਇੱਥੇ ਆ ਕੇ ਟ੍ਰੀਟਮੈਂਟ ਕਰਤੀ ਦਾ, ਜੋ ਫਸਟ ਏਡ ਕਰ ਸਕਦੇ ਸੀ ਪਹਿਲਾਂ ਹੀ ਕਰਤਾ। ਉਸ ਤੋਂ ਬਾਅਦ ਇਹ 3 ਲੱਤਾਂ ਦਾ ਫ੍ਰੈਕਚਰ ਹੈ। ਇਹਦਾ ਓਪੀਨੀਅਨ ਸਰਜਨ ਨੇ ਦੇਣਾ ਸੀਗਾ। ਸਰਜਨ ਸਾਹਿਬ ਨੂੰ ਹੀ ਸੱਦ ਲਿਆ, ਉਹ ਡਾਕਟਰ ਕਲਸੀ ਸਾਡੇ ਕੋਲ ਆ ਗਏ ਸੀਗੇ। ਇਹਨਾਂ ਦੇ ਅਕੋਰਡਿੰਗ ਜੇ 3 ਲੱਤਾਂ ਦਾ ਫ੍ਰੈਕਚਰ ਹੈ, ਇਹਦੇ ਤਾਂ ਪਲੇਟਿੰਗ ਪੋਸੀਬਲ ਨਹੀਂ ਹੈਗੀ ਜੀ ਤੀਸਰੀ ਲੱਤਾਂ 'ਤੇ, ਜਾਂ ਇਹਦੀ ਪਲੇਟਿੰਗ ਲੁਧਿਆਣੇ ਪੋਸੀਬਲ ਹੈ, ਠੀਕ ਹੈ, ਅੰਮ੍ਰਿਤਸਰ 'ਚ ਇਹਦੀ ਫੈਸਿਲਿਟੀ ਨਹੀਂ ਹੈ। ਬਾਕੀ ਸਰਜਨ ਸਾਹਿਬ ਤੁਹਾਨੂੰ ਦੱਸ ਦਿੰਦੇ ਆ ਜੀ। ਸਰ ਉਹਨਾਂ ਦਾ ਕਹਿਣਾ ਹੈ ਕਿ 12 ਵਜੇ ਗਾਂ ਮਤਲਬ ਲਿਆਂਦੀ ਗਈ ਹੈ ਤਾਂ 3 ਨਹੀਂ ਬਿਲਕੁਲ ਗਲਤ ਹੈ ਜੀ। 2 ਵਜੇ ਆਪਾਂ 3 ਵਜੇ ਨਾ ਨਹੀਂ ਸਾਡੀ ਡਿਊਟੀ 3 ਵਜੇ ਤੱਕ ਇੱਥੇ ਹਸਪੀਟਲ ਹੁੰਦੀ ਹੈ ਜੀ। ਇੱਕ ਰੋਪ ਹੋਰ ਹੈਗਾ ਕਿ ਉਹ ਕਹਿੰਦੇ ਕਿ ਗਊ 3 ਵਜੇ ਤੋਂ ਪਹਿਲਾਂ ਇਹਦਾ ਇਲਾਜ ਕਰਾ ਕੇ ਨੂੰ ਲੈ ਕੇ ਜਾਊਗਾ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਅਸੀਂ ਇਹਨਾਂ ਨੂੰ ਇਹ ਕਿਹਾ ਜੀ, ਸਾਡੇ ਡਿਪਟੀ ਡਾਇਰੈਕਟਰ ਸਾਹਿਬ ਨਾਲ ਇਹਨਾਂ ਦੀ ਗੱਲ ਹੋਈ ਹੈ। ਇਹਨਾਂ ਨੇ ਉਹਨਾਂ ਨੂੰ ਇਹੋ ਹੀ ਕਿਹਾ ਵਾ ਕਿ ਜਿਹੜੀ ਸਾਡੀ ਮਤਲਬ ਗਾਂ ਦੀ ਟ੍ਰੀਟਮੈਂਟ ਸਵੇਰੇ ਸ਼ਾਮ ਹੋਣੀ ਚਾਹੀਦੀ ਹੈ। ਅਸੀਂ ਇਹਨਾਂ ਨੂੰ ਇਹ ਕਿਹਾ ਕਿ ਇਹਦਾ ਪ੍ਰੋਪਰ ਪਹਿਲਾਂ ਸ਼ੈਲਟਰ ਵੇਖੋ, ਇਹ ਖੁੱਲੇ ਸਮਾਨ ਥੱਲੇ ਤੇ ਰਹਿ ਨਹੀਂ ਸਕਦੀ, ਇਹਨੂੰ ਪ੍ਰੋਪਰ ਸ਼ੈਲਟਰ ਚਾਹੀਦਾ ਹੈ। SPCA 'ਚ ਡਿਪਟੀ ਡਾਇਰੈਕਟਰ ਸਾਹਿਬ ਨੇ ਕਿਹਾ ਇਹਨੂੰ SPCA 'ਚ ਸ਼ਿਫਟ ਕਰਕੇ ਉੱਥੇ ਉਹਨਾਂ ਦੀ ਡਾਕਟਰਾਂ ਦੀ ਡਿਊਟੀ ਲਾਤੀ ਗਈ ਹੈ ਕਿ ਸਵੇਰੇ ਸ਼ਾਮ ਇਹਦੀ ਟ੍ਰੀਟਮੈਂਟ ਹੋਏਗੀ। ਤੇ ਜਿਹੜਾ 3 ਵਜੇ ਤੋਂ ਬਾਅਦ ਅਕਸਰ ਕਿਸੇ ਹੱਥੇ ਕੋਈ ਹੋ ਜਾਂਦਾ, ਫ੍ਰੈਕਚਰ ਹੋ ਜਾਂਦਾ ਜਾਂ ਕੋਈ ਐਕਸੀਡੈਂਟ ਹੋ ਜਾਂਦਾ, ਫਿਰ ਕੀ ਕਰਨਗੇ? ਉਹ ਔਨ ਕਾਲ ਜੀ, ਔਨ ਕਾਲ ਸਾਡੇ ਡਾਕਟਰਾਂ ਦੀ ਡਿਊਟੀ ਹੁੰਦੀ ਹੈ ਪੋਲੀ ਕਲੀਨਿਕ, ਠੀਕ ਹੈ। ਉਹ ਪੋਲੀ ਕਲੀਨਿਕ 'ਚ ਸਾਡੇ ਡਾਕਟਰ ਐਮਰਜੈਂਸੀ ਟ੍ਰੀਟਮੈਂਟ ਕਰਦੇ ਨੇ। ਉਹਨਾਂ ਕਹਿੰਦਾ ਡਾਕਟਰ ਤੇ ਟਾਈਮ ਸਿਰ ਇੱਥੇ ਪਹੁੰਚੇ ਹੀ ਨਹੀਂ ਇਲਾਜ ਕਰਨ ਦਾ। ਸਰ ਸਾਡੇ ਕੋਲ 2 ਵਜੇ ਗਾਂ ਆਈ ਹੈ ਇੱਥੇ, ਠੀਕ ਹੈ। ਇਮੀਡੀਏਟਲੀ ਉਹਦਾ ਸਾਡਾ ਵਿਕਰਮ ਲਾਲ ਇੱਧਰ ਆਓ ਜੀ, ਵਿਕਰਮ ਲਾਲ ਵੈਟਰਨਰੀ ਇੰਸਪੈਕਟਰ ਹੈ, ਇਹਨੇ ਪ੍ਰੋਪਰ ਉਹਦਾ ਟ੍ਰੀਟਮੈਂਟ ਕੀਤਾ। ਬਾਅਦ 'ਚ ਅਸੀਂ ਆ ਕੇ ਇੱਥੇ ਪ੍ਰੋਪਰ ਇਹਦਾ ਸਾਰਾ ਟ੍ਰੀਟਮੈਂਟ ਕੀਤਾ ਵਾ, ਜੋ ਸਾਡੇ ਹੱਥ ਹੈਗਾ ਉਹ ਵੀ ਕੀਤਾ ਜੀ। ਡਾਕਟਰ ਕੀ ਨਾਮ ਹੈ? ਸਰ ਮੈਂ ਡਾਕਟਰ ਕੁਲਦੀਪ ਸਿੰਘ ਕਲਸੀ ਹੈ, ਵੈਟਰਨਰੀ ਸਰਜਨ ਆ। ਇੱਧਰ ਮਾਰ ਲਿਓ। ਆਹ ਦੇਖਿਆ ਗਾਂ ਛੋਟਾ ਅਗਲੀ ਹਾਂ, ਜਿਹੜੀ ਫਰੰਟ ਲੈਗ ਆ ਉਹਦੇ ਮੈਟਾਕਾਰਪਲ ਫ੍ਰੈਕਚਰ ਹੈਗਾ ਵਾ ਔਰ ਸੀਵੀਅਰਲੀ ਇੰਜਰਡ ਆ। ਲੈਫਟ ਦਾ ਹੂਫ ਦਾ ਡੈਮੇਜ ਹੈਗਾ ਕਾਫੀ ਜ਼ਿਆਦਾ, ਤੇ ਡਿਸਟਲ ਟਿਬੀਆ ਲੋਵਰ ਐਂਡ ਬੁਰੀ ਤਰ੍ਹਾਂ ਓਪਨ ਵੂਨ ਫ੍ਰੈਕਚਰ ਆ, ਕ੍ਰਸ਼ ਹੋ ਗਈ ਆ। ਜੋ ਇਹਦਾ ਇਲਾਜ ਬਣਦਾ ਵਾ ਉਹ ਹੁਣ ਅੱਗੇ ਬੰਨੇ ਤੇ ਸਪੋਰਟ ਦੇ ਕੇ ਬਣ ਸਕਦੇ ਆ, ਪਰ ਫਿਰ ਵੀ ਜਿੰਨਾ ਚਿਰ ਤੱਕ 3 ਲੱਤਾਂ ਸਹੀ ਨਹੀਂ ਹੋਣਗੇ ਤੇ ਖੜੀ ਨਹੀਂ ਹੋ ਸਕਦਾ ਜਾਨਵਰ। ਜਿਹੜਾ ਡਿਸਟਲ ਐਂਡ ਆ, ਜਿਹੜਾ ਟਿਬੀਆ ਦਾ ਫ੍ਰੈਕਚਰ ਆ, ਇਹਦਾ ਹੀਲਿੰਗ ਜਿਹੜਾ ਦਾ ਰਿਪੇਅਰ ਆ ਉਹ ਜਾਂ ਤੇ ਪਲੇਟਿੰਗ ਪੈਂਦੀ ਆ, ਠੀਕ ਹੈ ਜੀ। ਤੇ ਇਹਦਾ ਇਸ ਹਸਪਤਾਲ 'ਚ ਤੇ ਪਲੇਟਿੰਗ ਪੋਸੀਬਲ ਨਹੀਂ ਆ, ਇੰਸਟਰੂਮੈਂਟ ਚਾਹੀਦੇ ਹੁੰਦੇ ਆ, ਜਿਹੜਾ ਪ੍ਰੋਪਰ ਸਾਰੇ ਉਹ ਨਹੀਂ ਹੈਗੇ। ਇਸ ਕਰਕੇ ਇਹਦਾ ਜਾਂ ਤੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਗੜਵਾਸੂ ਪਲੇਟਿੰਗ ਹੋ ਸਕਦੀ ਆ, ਉਹ ਵੀ ਇਹਦੀ ਕੰਡੀਸ਼ਨ ਵੇਖ ਕੇ ਇਹਦਾ ਸਾਰਾ ਕਰਕੇ, ਤੇ ਜਾਂ ਵੈਟਰਨਰੀ ਯੂਨੀਵਰਸਿਟੀ ਗੜਵਾਸੂ ਤੋਂ ਹਾਇਰ ਓਪੀਨੀਅਨ ਲੈ ਸਕਦੇ ਹਾਂ ਆਪਾਂ। ਇਸ ਲੈਵਲ 'ਤੇ ਜੋ ਹੋ ਸਕਦਾ ਸੀ ਬੈਸਟ, ਇਹਨੂੰ ਐਂਟੀਬਾਇਓਟਿਕ ਟ੍ਰੀਟਮੈਂਟ, ਪੇਨ ਕਿਲਰਸ, ਡਰੈਸਿੰਗ ਸਾਰਾ ਉਹ ਅਸੀਂ ਕਰਤਾ। ਤੁਹਾਡੇ ਵੱਲੋਂ ਅਗਲੀ ਕਾਰਵਾਈ ਕੀ ਕੀਤੀ ਜਾਊਗੀ? ਅਗਲੀ ਵਾਰੀ ਕਾਰਵਾਈ ਮੇਰੇ ਹਿਸਾਬ ਨਾਲ ਤੇ ਦੇਖੋ ਵੈਟਰਨਰੀ ਯੂਨੀਵਰਸਿਟੀ ਗੜਵਾਸੂ ਦੀ ਓਪੀਨੀਅਨ ਲੈਣੀ ਚਾਹੀਦੀ ਆ ਕਿ ਇਹਦੀ ਪਲੇਟਿੰਗ ਕਿੱਦਾਂ ਪੋਸੀਬਲ ਆ ਕਿ ਨਹੀਂ ਪੋਸੀਬਲ, ਠੀਕ ਹੈ ਨਹੀਂ। ਪਲੇਟਿੰਗ ਜੇ ਡਿਜੀਟਲ ਐਂਡ ਹੈ, ਜਿੱਦਾਂ ਪਲੇਟ ਪੈਣ ਵਾਸਤੇ ਵੀ ਨਾ ਸੈਂਟਰ 'ਚੋਂ ਹੱਡੀ ਟੁੱਟੀ ਹੋਵੇ ਤੇ ਦੋਵੇਂ ਬੰਨੇ ਸਕਰੂ ਕੱਸ ਕੇ ਕੱਸਿਆ ਜਾਂਦਾ। ਜਦ ਡਿਜੀਟਲ ਐਂਡ ਟੁੱਟ ਜਾਂਦਾ ਤਾਂ ਉੱਥੇ ਪਲੇਟ ਕਈ ਵਾਰੀ ਕਾਮਯਾਬ ਨਹੀਂ ਹੁੰਦੀ। ਕਿੰਨਾ ਦਾ ਕਹਿਣਾ ਜੀ ਤਕਰੀਬਨ 12 ਵਜੇ ਤੁਹਾਡੇ ਕੋਲ ਗਾਂ ਆਈ ਹੈ? ਨਹੀਂ, ਸਾਨੂੰ ਸਰ 2:15 ਫੋਨ ਆਇਆ, ਨਾਲ ਹੀ ਆ ਗਏ ਆ। ਸ਼ਹਿਰ 'ਚ ਟ੍ਰੈਫਿਕ ਹੈਗਾ, 10 ਮਿੰਟ ਲੱਗ ਗਏ, ਹੋਣ ਲੱਗਿਆ ਬਸ ਉਹੀ ਲੱਗਾ। ਔਰ ਹੁਣ ਗੱਡੀ ਵੀ ਵੇਖੋ ਇੱਕ ਦੂਜੇ ਦੇ ਉੱਤੇ ਥੋੜੀ ਚੜਾਹਦੇ, ਜਿੰਨੀ ਤੇਜ਼ੀ ਆਖਦੇ ਆਏ ਆ। ਗੱਲ ਹੋਰ ਹੈ ਡਾਕਟਰ ਸਾਹਿਬ, ਦੇਖੋ ਤੁਸੀਂ ਕਹਿ ਰਹੇ ਹੋ ਲੁਧਿਆਣੇ ਇਹਨਾਂ ਨੂੰ ਸ਼ਿਫਟ ਕੀਤਾ ਜਾਏਗਾ। ਨਹੀਂ, ਲੁਧਿਆਣੇ ਦੇਖੋ ਜਿੱਥੇ ਅਥਾਰਟੀ ਹੁਣ ਦੇਖੋ ਜਿਹੜੇ ਹਸਪੀਟਲ 'ਚ ਜਿਹੜੀ ਫੈਸਿਲਿਟੀ ਹੁੰਦੀ ਆ ਉੱਥੇ ਉਹ ਇਲਾਜ ਹੋ ਸਕਦਾ। ਅਸੀਂ ਕਹਿ ਦਈਏ ਇੱਥੇ ਰੱਖ ਛੱਡਦੇ ਆ ਆਪਾਂ, ਇਹਦਾ ਇਲਾਜ ਕਰੀ ਜਾਂਦੇ ਆ, ਉਹ ਤੂੰ ਹੱਲ ਨਾ ਨਿਕਲਿਆ ਫਿਰ
ਵੀ ਗੱਲ ਸਮਝੇ ਨਾ, ਜਿੱਥੇ ਜਿਹੜੀ ਫੈਸਿਲਿਟੀ ਹੈਗੀ ਉਹਦੇ ਹਿਸਾਬ ਨਾਲ ਜੋ ਬਣਦਾ ਪ੍ਰੋਟੋਕੋਲ ਉਹਦਾ ਓਪੀਨੀਅਨ ਲੈਣਾ ਚਾਹੀਦਾ। 3 ਵਜੇ ਦਾ ਕੀ ਮੈਟਰ ਹੈ ਜੀ? ਕਿਤੇ ਵੀ 3 ਵਜੇ ਤੋਂ ਬਾਅਦ ਅਸੀਂ ਮਤਲਬ ਕਿ ਜੇ ਕਹੋ ਨਹੀਂ ਔਨ ਕਾਲ ਹੁੰਦੀ ਹੈ, ਡਾਕਟਰ ਸਾਹਿਬ ਨੇ ਦੱਸਤਾ ਤੁਹਾਨੂੰ ਜੀ, ਮੈਂ ਤੇ ਸਰਜਨ ਹੈ, ਅੱਜ ਦੇਖਣਾ ਹੈ, ਡਾਕਟਰ ਸਾਹਿਬ ਨੇ ਦੱਸਤਾ ਤੁਹਾਨੂੰ ਸਾਰਾ। 3 ਵਜੇ ਤੱਕ ਜੀ ਸਰ 3 ਵਜੇ ਦਾ ਉਹਨਾਂ ਨੇ 3 ਵਜੇ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਟ੍ਰੀਟਮੈਂਟ 3 ਵਜੇ ਤੋਂ ਬਾਅਦ ਬਿਲਕੁਲ ਜੀ, ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ, ਨਹੀਂ ਐਕਸੀਡੈਂਟ ਹੋਏ ਅਸੀਂ ਔਨ ਜਾ ਕੇ ਉੱਥੇ ਰੋਡ ਟ੍ਰੀਟਮੈਂਟ ਕਰਦੇ ਹਾਂ, ਠੀਕ ਹੈ। ਬਾਕੀ ਲਾਰਜ ਐਨੀਮਲ ਇਹਨੂੰ ਤਾਂ ਸ਼ਿਫਟ ਕਰਨਾ ਕਿਸੇ ਵੱਡੀ ਗੱਡੀ ਤੇ ਕੀਤਾ ਜਾ ਸਕਦਾ ਨਾ। ਉਹਨਾਂ ਨੇ ਕਿਹਾ ਕਿ ਮੌਕੇ ਤੇ ਡਾਕਟਰ ਨਹੀਂ ਮੌਜੂਦ ਸੀ। ਨਹੀਂ, ਇਹ ਬਿਲਕੁਲ ਗਲਤ ਹੈ ਜੀ। 2:15 ਵਜੇ ਸਾਡੇ ਕੋਲ ਗਾਂ ਹੀ ਅਸੀਂ ਕਰੂਰਾ ਦਾ ਟ੍ਰੀਟਮੈਂਟ ਕੀਤਾ ਹੈ, ਸਾਡਾ ਵੈਟਰਨਰੀ ਇੰਸਪੈਕਟਰ ਇੱਥੇ ਸਾਰਾ ਸਟਾਫ ਹੀ 10 ਮਿੰਟਾਂ 'ਚ ਉੱਥੋਂ ਇੱਥੇ ਆ ਗਏ ਹਾਂ। ਸਾਨੂੰ ਪਹਿਲਾਂ ਕਿਹਾ ਗਿਆ ਸੀਗਾ ਕਿ ਬਾਬੇ ਭੋੜੀ ਵਾਲੇ ਗਊ 'ਚ, ਕਿਉਂਕਿ ਐਕਚੁਅਲੀ ਗਾਵਾਂ ਉੱਥੇ ਸ਼ਿਫਟ ਕਰਦੇ ਨੇ ਬਿਮਾਰ, ਕਿ ਉੱਥੇ ਸ਼ਿਫਟ ਹੋ ਰਹੀ ਸੀ, ਉੱਥੋਂ ਇਹਨਾਂ ਨੇ ਕਿਹਾ ਜੀ ਇੱਥੇ ਲੈ ਆਏ, ਇੱਥੇ ਆ ਗਏ ਜੀ। ਗੱਲ ਤਾਂ ਇੰਨੀ ਹੈ ਸਰ।